ਉਸ ਤੋਂ ਬਾਅਦ ਜਦੋਂ ਉੱਥੇ ਸੰਗਤ ਦਾ ਇਕੱਠ ਸੀ ਤੇ ਕਹਿੰਦੇ ਜੀ GHPS ਸਾਡੇ ਸਕੂਲ ਨੇ, ਸਾਡੇ ਸਕੂਲ ਦੇ ਬੱਚੇ ਕੀਰਤਨ ਕਰਨਗੇ। ਜਦ ਤਨਖਾਹਾਂ ਦੇਣ ਦੀ ਵਾਰੀ ਆਉਂਦੀ ਹੈ ਤੇ ਕੋਰਟ ਦੇ ਐਫੀਡੇਵਿਟ ਦਿੰਦੇ, ਜਦ ਸਾਹਮਣੇ ਬੈਠਾ ਹੁੰਦਾ ਸਕੂਲ ਤਾਂ ਸਾਡੇ ਹੈ ਹੀ ਨਹੀਂ। ਸਕੂਲ ਦੇ ਬੱਚਿਆਂ ਬਾਰੇ ਸਵਾਲ ਕਰ ਲਓ ਤੇ ਸਾਡੇ ਸਕੂਲ ਦਿੱਲੀ ਕਮੇਟੀ ਦੇ ਹੈ ਹੀ ਨਹੀਂ। ਬੱਚੇ ਕਿਉਂ ਘਟ ਗਏ, 6000 ਬੱਚਾ ਕਿਉਂ ਘਟ ਗਿਆ, ਤਾਂ ਦਿੱਲੀ ਕਮੇਟੀ ਦੇ ਸਕੂਲ ਹੀ ਕੋਈ ਨਹੀਂ ਹੈ। ਸਿੱਖਿਆ ਦਾ ਸਤਰ ਕਿਉਂ ਗਿਰ ਗਿਆ, ਤਾਂ ਦਿੱਲੀ ਕਮੇਟੀ ਦੇ ਸਕੂਲ ਹੀ ਨਹੀਂ ਹੈ। ਤਾਂ ਇਹਨਾਂ ਕੋਲ ਇੱਕ ਹੀ ਸਵਾਲ ਆਉਂਦਾ, ਸਰਨਾ ਕਰ ਗਿਆ। ਇਹਨਾਂ ਨੇ ਜਿਹੜਾ ਨਵਾਂ ਚੇਅਰਮੈਨ ਬਣਾਇਆ ਨਾ ਧਰਮ ਪ੍ਰਚਾਰ ਕਮੇਟੀ ਦਾ, ਜਿਹਨੂੰ ਰਹਿਤ ਮਰਿਆਦਾ ਹੀ ਨਹੀਂ ਪਤਾ। ਫਿਰ ਮੈਂ ਤੁਹਾਨੂੰ ਕਹਿ ਰਿਹਾ, ਗੱਲ ਦਫ਼ਤਰ ਦੀ ਨਹੀਂ ਹੈ, ਗੱਲ ਸੱਚੋ ਝੂਠ ਦੀ ਹੈ। ਸੱਚ ਜਿਹੜਾ ਹੈਗਾ ਸੀ, ਇਹ ਜਿਹੜਾ ਦਫ਼ਤਰ ਹੈ ਉਹ ਅੱਜ ਤੋਂ ਕਿੰਨੇ ਸਾਲ ਪਹਿਲੇ ਇਹਨਾਂ ਨੂੰ ਅਲਾਟ ਹੋ ਚੁੱਕਾ ਸੀਗਾ। ਫਿਰ ਮੈਂ ਤੁਹਾਨੂੰ ਗੱਲ ਰਿਪੀਟ ਕਰ ਰਿਹਾ, ਜਿਹੜੀ ਪਾਰਟੀ ਹੋਂਦ ਵਿੱਚ ਨਹੀਂ ਉਹ ਦਫ਼ਤਰ ਬਣਾ ਕਿਵੇਂ ਲਏਗੀ ਉੱਥੇ। ਐਕਚੁਅਲੀ ਗਲਤੀ ਨਾ ਹਰਮੀਤ ਸਿੰਘ ਕਾਲਕਾ ਦੀ ਵੀ ਨਹੀਂ ਹੈ, ਤੁਹਾਨੂੰ ਮੈਂ ਸੱਚਾਈ ਦੱਸਾਂ ਤੇ। ਐਕਚੁਅਲੀ ਜਿਹੜਾ ਇਹਨਾਂ ਦਾ ਉੱਪਰ ਸੁਪਰ ਬੌਸ ਹੈ ਨਾ, ਉਹ ਇੰਨੇ ਕਬਜ਼ੇ ਕਰ ਚੁੱਕਾ ਲੋਕਾਂ ਦੇ ਘਰ ਦੇ ਵਿੱਚ, ਲੋਕਾਂ ਦੀ ਜ਼ਮੀਨਾਂ ਇੰਨੀਆਂ ਹੜਪ ਚੁੱਕਾ ਕਿ ਉਹਨੂੰ ਹੁਣ ਗੁਰੂ ਘਰ ਦੇ ਵਿੱਚ ਕਬਜ਼ੇ ਕਰਨੇ ਯਾਦ ਆ ਗਏ। ਮੈਂ ਅੱਜ ਉਸ ਗੱਲ ਨੂੰ ਸੋਚਦਾ ਨਾ ਤਾਂ ਮੈਨੂੰ ਲੱਗਦਾ ਕਿ ਵਾਕਈ ਜਦ ਹਰਮੀਤ ਸਿੰਘ ਕਾਲਕਾ ਆਪਣੇ ਸਕੇ ਦੋਸਤ ਦਾ ਨਹੀਂ ਹੋਇਆ, ਉਹ ਸੁਖਬੀਰ ਸਿੰਘ ਬਾਦਲ ਦਾ ਕਿਵੇਂ ਹੋ ਸਕਦਾ ਸੀਗਾ। ਮੈਂ ਤੁਹਾਨੂੰ ਫਿਰ ਕਹਾਂਗਾ, ਆਪਣਾ ਕੈਮਰਾ ਪਿੱਛੇ ਲੈ ਕੇ ਜਾਓਗੇ, ਸ਼ਾਇਦ ਲਾਈਵ ਹੈ ਵਿਕਰਮ ਸਿੰਘ ਰੋਣੀ ਨੇ ਚੀਕਾ ਮਾਰ ਕੇ ਕਿਹਾ ਸੀ ਚੋਰੀ ਹੋ ਰਹੀ ਹੈ, ਚੋਰੀ ਹੋ ਰਹੀ ਹੈ, ਚੋਰੀ ਹੋ ਰਹੀ ਹੈ, ਇੰਸਟੀਚਿਊਟ ਬਚਾ ਲਓ, ਇੰਸਟੀਚਿਊਟ ਬਚਾ ਲਓ। ਇੱਕ ਕਮਰੇ ਜਾ ਕੇ ਲਾਈਵ ਕਰਕੇ ਦਿਖਾਇਆ ਸੀਗਾ, ਕਮਰੇ ਦੇ ਤਾਲੇ ਖੋਲ ਕੇ ਦਿਖਾਇਆ ਸੀਗਾ, ਦਰਾਜ ਖੋਲ ਕੇ ਦਿਖਾਇਆ ਸੀ ਵੀ ਇੱਥੇ ਤੇ ਪ੍ਰਾਪਰਟੀ ਦਾ ਕੰਮ ਚੱਲ ਰਿਹਾ, ਇੱਥੇ ਤੇ ਬੱਸਾਂ ਦੀ ਪਾਰਕਿੰਗ ਚੱਲ ਰਹੀ ਹੈ, ਇੱਥੇ ਤੇ ਜਿਮ ਚੱਲ ਰਿਹਾ, ਇੱਥੇ ਦੇ ਪੇਪਰ ਦਵਾਏ ਜਾ ਰਹੇ। ਦਿੱਲੀ ਕਮੇਟੀ ਨੂੰ ਕੁਝ ਪਤਾ ਹੀ ਨਹੀਂ ਹੈ ਉਹਦਾ ਜਦ ਅਸਰ ਕੀ ਹੋਇਆ, ਉਹਨੂੰ ਕੀ ਤਮਕਾ ਮਿਲਿਆ, ਸਜ਼ਾ ਮਿਲੀ ਹੋਈ ਨਾ, ਸਜ਼ਾ ਮਿਲੀ ਨਾ। ਦਿੱਲੀ ਕਮੇਟੀ ਦਾ ਜੁਆਇੰਟ ਸਕੱਤਰ ਬਣ ਗਿਆ। ਦੇਖੋ ਜੀ, ਜਦ ਗਲਤ ਕੰਮ ਬੰਦਾ ਕਰ ਬੈਠਦਾ ਨਾ, ਉਹਨੂੰ ਉਸ ਤੋਂ ਬਚਣ ਵਾਸਤੇ ਹੁਣ ਇਹ MPS ਚੱਡਾ ਜੀ ਨੂੰ ਇੱਕ ਮੋਹਰਾ ਬਣਾ ਰਹੇ ਆ। ਜਿਵੇਂ ਆਪ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਮੀ ਪ੍ਰਧਾਨ ਹੈ, ਉਹੀ ਹਾਲ MPS ਚੱਡਾ ਜੀ ਦੇ। ਉਹਨਾਂ ਨੂੰ ਇਹਨਾਂ ਨੇ ਇੱਕ ਸਾਹਮਣੇ ਖੜਾ ਕੀਤਾ ਹੋਇਆ, ਬਸ ਸਾਰਾ ਕੰਮ ਕਰਦਾ ਹਰਮੀਤ ਸਿੰਘ ਕਾਲਕਾ। ਆਪ ਹੀ ਮੈਂ ਰੱਜੀ ਪੁੱਜੀ, ਆਪ ਹੀ ਮੇਰੇ ਬੱਚੇ ਜੀਣ। ਵਿਵਾਦ ਤਾਂ ਪੁਰਾਣਾ ਸ਼ੁਰੂ ਹੋ ਗਿਆ ਸੀਗਾ ਜਦ ਮਹੀਨਾ ਤੋਂ ਪਹਿਲੇ ਨੇ ਦਫ਼ਤਰ ਤੇ ਕਬਜ਼ਾ ਕੀਤਾ। ਇਹਨਾਂ ਨੇ ਕਬਜ਼ਾ ਕੀਤਾ ਸੀਗਾ, ਦਫ਼ਤਰ ਅਕਾਲੀ ਦਲ ਦਾ ਸੀਗਾ। ਮੈਂ ਤੁਹਾਨੂੰ ਫਿਰ ਕਹਿ ਰਿਹਾ, ਦੇਖੋ ਜੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ਪੰਥਕ ਪਾਰਟੀ ਹੈ, ਧਾਰਮਿਕ ਪਾਰਟੀ ਹੈ, ਪੰਥ ਲਈ। ਇਹ ਨਹੀਂ ਕਿ ਅਗਰ ਇਹ ਅਕਾਲੀ ਦਲ ਬਾਦਲ ਦੀ ਹੈ, ਉਹਨਾਂ ਦੀ ਹੈ। ਅਸੀਂ ਸੱਚ, ਫਿਰ ਮੈਂ ਤੁਹਾਨੂੰ ਕਹਿ ਰਿਹਾ, ਸੱਚ ਦੇ ਝੂਠ ਦੇ ਵਿੱਚ ਖੜੇ ਸੀਗੇ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਵੌਇਸ ਆਫ ਇੰਡੀਆ ਦੇ ਪ੍ਰੋਗਰਾਮ ਗੂੰਜਾਂ ਸਿੱਖ ਸਿਆਸਤ ਦੀਆਂ। ਸਿੱਖ ਸਿਆਸਤ ਦੇ ਅੰਦਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਉੱਤੇ ਸਿਆਸਤ ਚੱਲਦੀ ਪਈ ਹੈ। ਨਵੀਂ ਪਾਰਟੀ ਬਣੀ ਹੈ ਸ਼੍ਰੋਮਣੀ ਅਕਾਲੀ ਦਿੱਲੀ ਸਟੇਟ। ਉਹ ਕਹਿੰਦੀ ਹੁਣ ਆਫਿਸ ਸਾਡਾ ਹੈਗਾ ਹੈ, ਤੇ ਅਕਾਲੀ ਦਲ ਬਾਦਲ ਜਿਹੜੀ ਪੁਰਾਣੀ ਪਾਰਟੀ ਸੀ ਉਹ ਕਹਿੰਦੀ ਦਫ਼ਤਰ ਸਾਡਾ ਸਾਨੂੰ ਅਲਾਟਡ ਹੈਗਾ। ਮਗਰ ਉਹਦੇ ਵਿਚਕਾਰ ਜਾਗੋ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਿੱਲੀ ਵੀ ਪਹੁੰਚ ਚੁੱਕੇ ਨੇ। ਉਹਦੇ ਅੰਦਰ ਇੱਕ ਜੰਗ ਦੇ ਅੰਦਰ ਸਾਰੇ ਇਕੱਠੇ ਹੋ ਰਹੇ ਨੇ। ਪੁੱਛਣਾ ਚਾਹਾਂਗਾ ਜਸਵੀਰ ਸਿੰਘ ਪ੍ਰੀਤਮਪੁਰਾ ਜੀ, ਇਹ ਸਿਆਸਤ ਚੱਲਦੀ ਕੀ ਪਈ ਹੈ ਕਿ ਅਕਾਲੀ ਦਲ ਦਿੱਲੀ ਸਟੇਟ ਵਰਸਸ ਰੈਸਟ ਹੋ ਗਿਆ? ਦੇਖੋ ਜੀ, ਇਹਦੇ ਵਿੱਚ ਕੋਈ ਸਿਆਸਤ ਨਹੀਂ ਹੈ। ਇਹਦੇ ਵਿੱਚ ਜਿਹੜੀ ਇੱਕ ਲੜਾਈ ਹੈ ਨਾ, ਉਹ ਸੱਚ ਔਰ ਝੂਠ ਦੀ ਹੈ। ਪਿਛਲੇ ਇੱਕ ਲੰਬੇ ਸਮੇਂ ਤੋਂ ਤਕਰੀਬਨ 20-21 ਸਾਲ ਤੋਂ ਇਹ ਜਿਹੜਾ ਦਫ਼ਤਰ ਹੈ ਉਹ ਅਕਾਲੀ ਦਲ ਦਾ ਹੈ, ਜਿਹੜੇ ਤੇ ਬਾਰ ਪੱਥਰ ਵੀ ਲੱਗਾ ਪ੍ਰਕਾਸ਼ ਸਿੰਘ ਬਾਦਲ। ਇਹ ਤੁਹਾਨੂੰ ਸਾਰੀ ਕਹਾਣੀ ਮੈਂ ਪਤਾ ਹੀ ਹੈ, ਮੈਂ ਕੀ ਪਿਛੋਕੜ ਵਿੱਚ ਜਾਵਾਂ। ਇਸ ਤੇ ਜਿਹੜੀ ਨਵੀਂ ਪਾਰਟੀ ਬਣੀ ਹੈ, ਜਿਹਦੀ ਕੋਈ ਹੋਂਦ ਵੀ ਨਹੀਂ ਹੈ, ਜਿਹਦਾ ਕੋਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਮੈਂਬਰ ਵੀ ਨਹੀਂ ਹੈ, ਜਿਨ੍ਹਾਂ ਦਾ ਕੋਈ ਸਿੰਬਲ ਵੀ ਨਹੀਂ ਹੈ, ਮੈਂ ਕਿ ਪਾਰਟੀ ਦਾ ਕੋਈ ਸਿਰ ਪੈਰ ਨਹੀਂ ਹੈ। ਨਹੀਂ, ਹੁਣ ਪਾਰਟੀ ਤੇ ਸੱਤਾ 'ਚ ਹੈਗੀ, DSC ਸੱਤਾ ਦੇ ਅੰਦਰ ਹੈਗੀ। ਉਹ ਤਾਂ ਦੇਖੋ, ਜਿੱਤੇ ਤਾਂ ਇੱਥੋਂ ਪਾਰਟੀ ਦੇ ਚੋਣ ਨਿਸ਼ਾਨ ਤੋਂ ਆ ਕੇ ਉਹਨਾਂ ਇੱਥੇ ਆ ਗਏ ਨਾ। ਮੈਂ ਕੋਈ ਮੈਂਬਰ ਤਾਂ ਨਹੀਂ ਜਿੱਤਿਆ ਹੋਇਆ ਨਾ, ਕੋਈ ਹੋਂਦ ਦੇ ਵਿੱਚ ਪਾਰਟੀ ਨਹੀਂ ਆਈ ਨਾ, ਕੋਈ ਐਗਜ਼ੀਕਿਊਟਿਵ ਦੇ ਵਿੱਚ ਪਾਸ ਤਾਂ ਨਹੀਂ ਹੋਇਆ ਦਫ਼ਤਰ ਇਹਨਾਂ ਦਾ ਹੈਗਾ, ਜਾਂ ਜਨਰਲ ਹਾਊਸ ਬੁਲਾ ਕੇ ਜਾਂ ਕੋਈ ਪਾਸ ਤਾਂ ਨਹੀਂ ਹੋਇਆ ਦਫ਼ਤਰ ਇਹਨਾਂ ਦਾ ਹੈਗਾ। ਇਹ ਲੜਾਈ ਸੀਗੀ ਸੱਚ ਔਰ ਝੂਠ ਦੀ। ਇਹ ਮੈਂ ਜਦ ਦਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਜੁਆਇਨ ਕੀਤਾ, ਜਦ ਵੀ ਮੈਂ ਅਕਾਲੀ ਦਲ ਦੇ ਦਫ਼ਤਰ ਜਾਣਾ, ਆਪਣੇ ਜਿਹੜੇ ਦਫ਼ਤਰ ਜਾਣਾ, ਤੇ ਮੈਂ ਤਦ 8 ਸਾਲਾਂ ਤੋਂ ਮੈਂ ਦੇਖ ਰਿਹਾ ਕਿ ਉੱਥੇ ਦਾ ਅਕਾਲੀ ਦਲ ਬਾਦਲ ਜਿਹੜਾ ਉਹ ਕੰਮ ਕਰ ਰਿਹਾ, ਜਾਂ ਆਪਣੀ ਪ੍ਰੈਸ ਕਾਨਫਰੰਸ ਉੱਥੇ ਕਰ ਰਿਹਾ। ਕਿੰਨੇ ਪ੍ਰਧਾਨ ਆਏ, ਕਿੰਨੇ ਪ੍ਰਧਾਨ ਗਏ। ਅਕਾਲੀ ਦਲ ਦੇ ਦਫ਼ਤਰ 'ਚ ਉੱਥੇ ਬੈਠ ਕੇ ਪ੍ਰੈਸ ਕਾਨਫਰੰਸ ਹੁੰਦੀ ਸੀਗੀ, ਇਹਨਾਂ ਦੇ ਅਕਾਲੀ ਦਲ ਦਾ ਕੰਮ ਹੁੰਦਾ ਸੀਗਾ। ਦਫ਼ਤਰ ਇਹਨਾਂ ਦਾ ਕਿੱਥੋਂ ਹੋ ਗਿਆ? ਇਹਨਾਂ ਦੇ ਐਕਚੁਅਲੀ ਸੋਚ ਹਰਮੀਤ ਸਿੰਘ ਕਾਲਕਾ ਜੀ, ਮੈਂ ਇੰਟਰਵਿਊ ਵੇਖ ਰਿਹਾ ਸੀ, ਉਹਨਾਂ ਨੇ ਕਿਹਾ ਕਿ ਸਾਨੂੰ ਅਕਾਲੀ ਦਲ ਦਿੱਲੀ ਸਟੇਟ ਦੇ ਜਿਹੜੇ ਪ੍ਰਧਾਨ ਹੈਗੇ ਨੇ, ਮੌਜੂਦਾ ਪ੍ਰਧਾਨ MP ਚੱਡਾ ਜੀ, ਉਹਨਾਂ ਨੇ ਇੱਕ ਲੈਟਰ ਲਿਖੀ, ਅਸੀਂ ਇਹਨਾਂ ਨੂੰ ਆਫਿਸ ਅਲਾਟ ਕਰਤਾ। ਦੇਖੋ ਜੀ, ਜਦ ਗਲਤ ਕੰਮ ਬੰਦਾ ਕਰ ਬੈਠਦਾ ਨਾ,
ਹੁਣ ਉਸ ਤੋਂ ਬਚਣ ਵਾਸਤੇ ਹੁਣ ਇਹ ਐਮਪੀਐਸ ਚੱਡਾ ਜੀ ਨੂੰ ਇੱਕ ਮੋਹਰਾ ਬਣਾ ਰਹੇ ਆ। ਹਾਲਾਂਕਿ ਐਮਪੀਐਸ ਚੱਡਾ ਤੋਂ ਆਪ ਨੂੰ ਆਪਣੇ ਉੱਪਰ ਐਮਪੀਐਸ ਚੱਡਾ ਜੀ ਤੋਂ ਆਪਣੇ ਉੱਪਰ ਰੱਖਿਆ, ਆਪਣੇ ਆਪ ਨੂੰ ਐਮਪੀਐਸ ਚੱਡਾ ਜੀ ਤੋਂ ਉੱਪਰ ਰੱਖਿਆ। ਕਿਉਂ? ਇਹ ਪਾਰਟੀ ਦੇ ਸਰਪ੍ਰਸਤ ਬਣੇ। ਐਮਪੀਐਸ ਚੱਡਾ ਜੀ ਨੇ ਖਾਲੀ ਇੱਕ ਇਹਨਾਂ ਨੇ ਮੋਹਰਾ ਬਣਾਇਆ ਹੋਇਆ ਪ੍ਰਧਾਨਗੀ ਦਾ ਸੀ ਕਿ ਕਹਿੰਦੇ ਨੇ ਇੱਕ ਜਿਵੇਂ ਆਪ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡੰਮੀ ਪ੍ਰਧਾਨ ਹੈ, ਉਹੀ ਹਾਲ ਐਮਪੀਐਸ ਚੱਡਾ ਜੀ ਤੇ ਮੇਰੇ ਬੜੇ ਸਤਿਕਾਰਯੋਗ ਨੇ, ਮੇਰੀ ਗੱਲਬਾਤ ਹੁੰਦੀ ਹੈ, ਸਤਿ ਸ਼੍ਰੀ ਅਕਾਲ ਸਭ ਕੁਝ ਹੈ, ਬੜੇ ਅੱਛੇ ਇਨਸਾਨ ਨੇ। ਉਹਨਾਂ ਨੂੰ ਇੱਕ ਇਹਨਾਂ ਨੇ ਇੱਕ ਸਾਹਮਣੇ ਖੜਾ ਕੀਤਾ ਹੋਇਆ, ਬਸ ਸਾਰਾ ਕੰਮ ਕਰਦਾ ਹਰਮੀਤ ਸਿੰਘ ਕਾਲਕਾ, ਆਪ ਹੀ ਮੈਂ ਰੱਜੀ ਪੁੱਜੀ, ਆਪ ਹੀ ਮੇਰੇ ਬੱਚੇ ਜੀ। ਹਰਮੀਤ ਸਿੰਘ ਕਾਲਕਾ ਦਾ ਉਹ ਹਾਲ ਹੈ। ਕਿਵੇਂ ਮਤਲਬ ਸਮਝਿਆ ਤੁਹਾਡੀ ਗੱਲ ਨੂੰ? ਉਹ ਸਰਪ੍ਰਸਤ ਨੇ। ਅੱਜ ਉਹਨਾਂ ਨੂੰ ਯਾਦ ਆ ਗਈ ਵੀ ਐਮਪੀਐਸ ਚੱਡੇ ਨੇ ਸਾਨੂੰ ਚਿੱਠੀ ਲਿਖੀ ਹੋਈ ਸੀਗੀ, ਤਦ ਉਹਨਾਂ ਨੇ ਕਿਸੇ ਨੂੰ ਚਿੱਠੀ ਦਿਖਾਈ ਸੀ। ਵਿਵਾਦ ਤਾਂ ਪੁਰਾਣਾ ਸ਼ੁਰੂ ਹੋ ਗਿਆ ਸੀਗਾ ਜਦ ਮਹੀਨਾ ਤੋਂ ਪਹਿਲੇ ਨੇ ਦਫ਼ਤਰ ਤੇ ਕਬਜ਼ਾ ਕੀਤਾ, ਇਹਨਾਂ ਨੇ ਕਬਜ਼ਾ ਕੀਤਾ ਸੀਗਾ ਦਫ਼ਤਰ ਅਕਾਇਦਲ ਦਾ ਸੀਗਾ। ਮੈਂ ਤੁਹਾਨੂੰ ਫਿਰ ਕਹਿ ਰਿਹਾ, ਇਹਨਾਂ ਨੇ ਉਸ ਟਾਈਮ ਕੋਈ ਚਿੱਠੀ ਦਿਖਾਈ ਸੀ? ਨਹੀਂ ਦਿਖਾਈ ਸੀ। ਸਿੱਧਾ ਜਾ ਕੇ ਇਹਨਾਂ ਨੇ ਬੋਰਡ ਪਾੜੇ, ਉਹਨਾਂ ਦੇ ਜਿਹੜੀ ਬਾਰ ਨਾਮ ਲਿਖਿਆ ਸੀ ਉੱਪਰ ਚਿੱਟੀ ਚੱਦਰ ਪਾਈ, ਅੰਦਰ ਜਾ ਕੇ ਆਪਣੇ ਬੋਰਡ ਲਾ ਕੇ ਉੱਥੇ ਬਹਿ ਗਏ। ਅੱਜ ਇਹਨਾਂ ਨੂੰ ਯਾਦ ਆ ਗਈ ਜੀ ਡੀਸੀਪੀ ਕੋਲ ਜਾਣ ਵਾਸਤੇ, ਤਾਂ ਤੁਸੀਂ ਤੁਸੀਂ ਦਿਖਾਓ ਨਾ ਕਿੱਥੇ ਕੀਤੀ ਹੈ ਕਾਰਵਾਈ, ਉਸ ਟਾਈਮ ਕਿਉਂ ਨਹੀਂ ਦਿਖਾਈ ਤੁਸੀਂ ਕਾਰਵਾਈ? ਇਹਨਾਂ ਦਾ ਉਹੀ ਹਾਲ ਹੈ। ਇਹਨਾਂ ਨੇ ਪਹਿਲੇ ਚੋਰੀ ਕਰ ਲੈਂਦੇ ਆ, ਬਸ ਚੋਰੀ ਨੂੰ ਬਚਾਉਣ ਵਾਸਤੇ, ਜੋ ਇਹਨਾਂ ਦੀ ਪੁਰਾਣੀ ਆਦਤ ਹੈ, ਫਿਰ ਪੁਰਾਣੇ ਕਾਗਜ਼ ਕੱਢ ਕੇ ਉਹ ਸਾਹਮਣੇ ਮਗਰ ਲੜਾਈ ਤੇ ਅਕਾਲੀ ਦਲ ਬਾਦਲ ਪਾਰਟੀ ਤੇ ਅਕਾਲੀ ਦਲ ਦਿੱਲੀ ਸਟੇਟ ਦੀ, ਫਿਰ ਵੀ ਆਪ ਜੀ ਉਧਰ ਕਿਵੇਂ ਉਤਰ ਗਏ ਉਸ ਲੜਾਈ ਦੇ ਅੰਦਰ? ਸਵਾਲ ਤੇ ਹੈ ਅਕਾਲੀ ਦਿੱਲੀ ਦਾ ਕੀ ਕੰਮ? ਦੇਖੋ ਜੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ਪੰਥਕ ਪਾਰਟੀ ਹੈ, ਧਾਰਮਿਕ ਪਾਰਟੀ ਹੈ, ਪੰਥ ਲਈ। ਇਹ ਨਹੀਂ ਕਿ ਅਗਰ ਇਹ ਅਕਾਲੀ ਦਲ ਬਾਦਲ ਦੀ ਹੈ, ਉਹਨਾਂ ਦੀ ਹੈ। ਅਸੀਂ ਸੱਚ, ਫਿਰ ਮੈਂ ਤੁਹਾਨੂੰ ਕਹਿ ਰਿਹਾ, ਸੱਚ ਦੇ ਝੂਠ ਦੇ ਵਿੱਚ ਖੜੇ ਸੀਗੇ, ਅਸੀਂ ਸੱਚ ਦਾ ਸਾਥ ਦਿੱਤਾ। ਸ਼੍ਰੋਮਣੀ ਅਕਾਲੀ ਦਲ ਜਿੱਥੇ ਪੰਥ ਦੇ ਉੱਤੇ ਦੁਬਿਧਾ ਆਏਗੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ਉੱਤੇ ਖੜੀ ਤੁਹਾਨੂੰ ਨਜ਼ਰ ਆਏਗੀ। ਹੁਣ ਕੀ ਦੁਵਿਧਾ ਆਈ ਸੀ ਇੱਕ ਦਫ਼ਤਰ ਦੀ? ਦੇਖੋ ਜੀ, ਫਿਰ ਮੈਂ ਤੁਹਾਨੂੰ ਕਹਿ ਰਿਹਾ, ਗੱਲ ਦਫ਼ਤਰ ਦੀ ਨਹੀਂ ਹੈ, ਗੱਲ ਸੱਚੋ ਝੂਠ ਦੀ ਹੈ। ਸੱਚ ਜਿਹੜਾ ਹੈਗਾ ਸੀ, ਇਹ ਜਿਹੜਾ ਦਫ਼ਤਰ ਹੈ ਉਹ ਅੱਜ ਤੋਂ ਕਿੰਨੇ ਸਾਲ ਪਹਿਲੇ ਇਹਨਾਂ ਨੂੰ ਅਲਾਟ ਹੋ ਚੁੱਕਾ ਸੀਗਾ। ਫਿਰ ਮੈਂ ਤੁਹਾਨੂੰ ਗੱਲ ਰਿਪੀਟ ਕਰ ਰਿਹਾ, ਜਿਹੜੀ ਪਾਰਟੀ ਹੋਂਦ ਵਿੱਚ ਨਹੀਂ, ਉਹ ਦਫ਼ਤਰ ਬਣਾ ਕਿਵੇਂ ਲਏਗੀ ਉੱਥੇ? ਪਹਿਲਾਂ ਹੋਂਦ ਵਿੱਚ ਆਓ, ਤੁਹਾਡਾ ਕੋਈ ਮਾਈ ਬਾਪ ਨਹੀਂ ਹੈ, ਤੁਸੀਂ ਹੋਂਦ ਵਿੱਚ ਕਿੱਥੋਂ ਆਏ ਨਹੀਂ, ਤੁਹਾਡਾ ਕੋਈ ਮੈਂਬਰ ਨਹੀਂ ਹੈਗਾ, ਫਿਰ ਗੱਲਾਂ ਉਹੀ ਨੇ। ਮੈਂ ਉਹ ਪਾਰਟੀ ਦੀ ਇਸ ਵੇਲੇ ਡੀਐਸਐਮ ਸਰਕਾਰ ਚੱਲਦੀ ਪਈ ਹੈ। ਸਰਕਾਰ ਕਿਹਦੀ ਬਣੀ ਸੀ? ਜਿਹੜੇ ਬਾਲਟੀ ਚੋਣ ਨਿਸ਼ਾਨ ਤੋਂ ਜਿੱਤ ਕੇ ਆਏ ਸੀਗੇ, ਉਹਨਾਂ ਦੀ ਸਰਕਾਰ ਬਣੀ ਸੀਗੀ। ਬਾਅਦ ਦੇ ਵਿੱਚ ਇਹਨਾਂ ਨੇ ਸਰਕਾਰੇ ਦਰਬਾਰੇ ਮੱਥਾ ਟੇਕ ਕੇ ਕਿ ਉਹਨਾਂ ਅੱਗੇ ਘੁੱਟਨੇ ਟੇਕ ਕੇ ਪਾਰਟੀ ਦਾ ਨਾਮ ਨਿਆ ਰੱਖ ਲਿਆ, ਸਾਰੇ ਮੈਂਬਰ ਉੱਥੇ ਉਹਨਾਂ ਨੇ ਉੱਥੇ ਪਾ ਲਏ, ਤੇ ਬਾਅਦ ਦੇ ਵਿੱਚ ਪਾਰਟੀ ਜੁਮਾ ਪਾਰਟੀ ਬਣੀ ਹੈ। ਪਾਰਟੀ ਦੀ ਹੋਂਦ ਹੀ ਨਹੀਂ ਹੈ। ਜਾਣਦਾ ਕੌਣ ਹੈ ਸ਼੍ਰੋਮਣੀ ਅਕਾਲੀ ਦਿੱਲੀ ਸਟੇਟ ਨੂੰ? ਕੋਈ ਨਹੀਂ ਜਾਣਦਾ। ਇਹ ਸਾਰੇ ਦੇ ਸਾਰੇ ਬਾਲਟੀ ਚੋਣ ਨਿਸ਼ਾਨ ਤੋਂ ਜਿੱਤ ਕੇ ਆਏ ਹੋਏ ਨੇ। ਇਸ ਕਰਕੇ ਇਹਨਾਂ ਦਾ ਕੋਈ ਦੀਨ-ਇਮਾਨ ਨਹੀਂ ਹੈ। ਐਕਚੁਅਲੀ ਗਲਤੀ ਨਾ ਹਰਮੀਤ ਸਿੰਘ ਕਾਲਕਾ ਦੀ ਵੀ ਨਹੀਂ ਹੈ, ਤੁਹਾਨੂੰ ਮੈਂ ਸੱਚਾਈ ਦੱਸਾਂ ਤੇ। ਐਕਚੁਅਲੀ ਜਿਹੜਾ ਇਹਨਾਂ ਦਾ ਉੱਪਰ ਸੁਪਰ ਬੌਸ ਹੈ ਨਾ, ਉਹ ਇੰਨੇ ਕਬਜ਼ੇ ਕਰ ਚੁੱਕਾ ਲੋਕਾਂ ਦੇ ਘਰ ਦੇ ਵਿੱਚ, ਲੋਕਾਂ ਦੀ ਜ਼ਮੀਨਾਂ ਇੰਨੀਆਂ ਹੜਪ ਚੁੱਕਾ ਕਿ ਉਹਨੂੰ ਹੁਣ ਗੁਰੂ ਘਰ ਦੇ ਵਿੱਚ ਕਬਜ਼ੇ ਕਰਨੇ ਯਾਦ ਆ ਗਏ। ਹੁਣ ਉਹ ਗੁਰੂ ਘਰ ਦੀ ਜਗ੍ਹਾ ਤੇ ਕਬਜ਼ੇ ਕਰਵਾ ਰਿਹਾ। ਤੁਸੀਂ ਗੱਲ ਕੀਤੀ ਸੁਪਰ ਪ੍ਰਧਾਨ ਦੀ, ਕਬਜ਼ੇ, ਕਿਉਂਕਿ ਜਿਹੜਾ ਸੁਪਰ ਪ੍ਰਧਾਨ ਹੈ ਨਾ, ਉਹ ਉਹਨਾਂ ਨੂੰ ਕਬਜ਼ੇ ਕਰਨਾ ਸਿਖਾ ਕੇ ਗਿਆ ਔਰ ਹਾਲੇ ਵੀ ਟ੍ਰੇਨਿੰਗ ਦੇ ਰਿਹਾ ਹੈ। ਕਿਵੇਂ ਮੈਂ ਤੁਹਾਨੂੰ ਦੱਸਣਾ, ਇਹਨਾਂ ਨੇ ਸ਼ੁਰੂਆਤ ਕੀਤੀ ਸੀਗੀ ਇੰਸਟੀਚਿਊਟ ਤੋਂ। ਹਰਗੋਬਿੰਦ ਸਿੰਘ ਇੰਸਟੀਚਿਊਟ ਹੈ, ਮੈਂ ਸਮਝਦਾ ਤੁਸੀਂ ਆਪਣਾ ਕੈਮਰਾ ਜਿਹੜਾ ਪਿੱਛੇ ਲੈ ਕੇ ਜਾਓਗੇ, ਤੁਹਾਨੂੰ ਸਭ ਪਤਾ। ਮੈਂ ਅੱਜ ਉਸ ਗੱਲ ਨੂੰ ਸੋਚਦਾ ਨਾ, ਤੇ ਮੈਨੂੰ ਲੱਗਦਾ ਕਿ ਵਾਕਈ ਜਦ ਹਰਮੀਤ ਸਿੰਘ ਕਾਲਕਾ ਆਪਣੇ ਸਕੇ ਦੋਸਤ ਦਾ ਨਹੀਂ ਹੋਇਆ, ਉਹ ਸੁਖਬੀਰ ਸਿੰਘ ਬਾਦਲ ਦਾ ਕਿਵੇਂ ਹੋ ਸਕਦਾ ਸੀਗਾ? ਆਪਣੇ ਸਕੇ ਦੋਸਤ ਨੂੰ ਧੋਖਾ ਦੇਤਾ, ਜਿਹੜਾ ਉਹਦੇ ਦਿਨ ਰਾਤ ਉਹਦੇ ਨਾਲ ਖੜਾ ਹੋਇਆ। ਔਰ ਕੀ ਕਹਿੰਦੇ ਨੇ, ਜਦ ਹਰਮੀਤ ਸਿੰਘ ਕਾਲਕਾ ਨੂੰ ਕੁਝ ਨਹੀਂ ਸਮਝ ਆ ਰਿਹਾ ਸੀ ਦਿੱਲੀ ਕਮੇਟੀ ਦਾ, ਚੰਡੀਗੜ੍ਹ ਜਾਂਦੇ ਸੀਗੇ ਤੇ ਉਹ ਨਾਲ ਜਾਂਦਾ ਸੀਗਾ ਚੰਡੀਗੜ੍ਹ ਸੁਖਬੀਰ ਸਿੰਘ ਬਾਦਲ ਜੀ ਕੋਲ ਗੱਲਬਾਤ ਕਰਨ ਵਾਸਤੇ, ਉਹਨੂੰ ਧੋਖਾ ਦੇਤਾ। ਹੁਣ ਤੁਸੀਂ ਪੁੱਛੋਗੇ ਕੌਣ? ਵਿਕਰਮ ਸਿੰਘ ਰੋਣੀ। ਵਿਕਰਮ ਸਿੰਘ ਰੋਣੀ। ਉਹਨਾਂ ਨੂੰ ਕੀ ਧੋਖਾ ਦਿੱਤਾ? ਉਹਨਾਂ ਨੂੰ ਤਾਂ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਬਣਾਤਾ ਹੈ। ਮੈਂ ਤੁਹਾਨੂੰ ਫਿਰ ਕਹਾਂਗਾ, ਆਪਣਾ ਕੈਮਰਾ ਪਿੱਛੇ ਲੈ ਕੇ ਜਾਓਗੇ, ਸ਼ਾਇਦ ਲਾਈਵ ਫਿਰ ਵਿਕਰਮ ਸਿੰਘ ਰੋਣੀ ਨੇ ਚੀਕਾਂ ਮਾਰ ਮਾਰ ਕੇ ਕਿਹਾ ਸੀ ਚੋਰੀ ਹੋ ਰਹੀ ਹੈ, ਚੋਰੀ ਹੋ ਰਹੀ ਹੈ, ਚੋਰੀ ਹੋ ਰਹੀ ਹੈ, ਇੰਸਟੀਚਿਊਟ ਬਚਾ ਲਓ, ਇੰਸਟੀਚਿਊਟ ਬਚਾ ਲਓ। ਇੱਕ ਇੱਕ ਕਮਰੇ ਜਾ ਕੇ ਲਾਈਵ ਕਰ ਕਰਕੇ ਦਿਖਾਇਆ ਸੀਗਾ, ਕਮਰੇ ਦੇ ਤਾਲੇ ਖੋਲ ਕੇ ਦਿਖਾਇਆ ਸੀਗਾ, ਦਰਾਜ ਖੋਲ ਕੇ ਦਿਖਾਇਆ ਸੀ ਵੀ ਇੱਥੇ ਤੇ ਪ੍ਰਾਪਰਟੀ ਦਾ ਕੰਮ ਚੱਲ ਰਿਹਾ, ਇੱਥੇ ਤੇ ਬੱਸਾਂ ਦੀ ਪਾਰਕਿੰਗ ਚੱਲ ਰਹੀ ਹੈ, ਇੱਥੇ ਤੇ ਜਿਮ ਚੱਲ ਰਿਹਾ, ਇੱਥੇ ਦੇ ਪੇਪਰ ਦਵਾਏ ਜਾ ਰਹੇ। ਦਿੱਲੀ ਕਮੇਟੀ ਨੂੰ ਕੁਝ ਪਤਾ ਹੀ ਨਹੀਂ ਹੈ ਉਹਦਾ ਜਦ ਅਸਰ ਕੀ ਹੋਇਆ, ਉਹਨੂੰ ਕੀ ਤਮਕਾ ਮਿਲਿਆ, ਸਜ਼ਾ ਮਿਲੀ ਹੋਈ ਨਾ, ਸਜ਼ਾ ਮਿਲੀ ਨਾ। ਦਿੱਲੀ ਕਮੇਟੀ ਦਾ ਜੁਆਇੰਟ ਸਕੱਤਰ ਬਣ ਗਿਆ। ਕਿਉਂਕਿ ਇਹਨਾਂ ਲੋਕਾਂ ਨੂੰ ਉਹੀ ਲੋਕ ਪਸੰਦ ਆਉਂਦੇ ਆ ਜਿਹੜੇ ਇਹਨਾਂ ਨੂੰ ਲਿਆ ਕੇ ਚੋਰੀਆਂ ਕਰਕੇ ਕਬਜ਼ੇ ਕਰਕੇ ਚੀਜ਼ਾਂ ਦੇ ਕੇ ਜਾਂਦੇ ਆ। ਇਹਨਾਂ ਨੂੰ ਉਹੀ ਲੋਕ ਪਸੰਦ ਆਉਂਦੇ ਆ। ਮੈਨੂੰ ਲੱਗਦਾ ਕਿ ਵਿਕਰਮ ਸਿੰਘ ਰੋਣੀ ਨੇ ਅੱਜ ਤੱਕ ਦਿੱਲੀ ਕਮੇਟੀ ਬਹਿ ਕੇ ਕੋਈ ਚੋਰੀ ਨਹੀਂ ਕੀਤੀ ਹੋਈ, ਇਸ ਕਰਕੇ ਉਹਨਾਂ ਨੂੰ ਖਾਲੀ ਐਗਜ਼ੀਕਿਊਟਿਵ ਮੈਂਬਰ ਨਹੀਂ, ਉਹਨਾਂ ਨੂੰ ਤੇ ਐਜੂਕੇਸ਼ਨ ਬੋਰਡ ਦੇ ਦਿੱਤਾ ਹੈ। ਉਹ ਤਦ ਦਿੱਤਾ ਤਾਂ ਕੋਈ ਪ੍ਰੋਗਰਾਮ ਨਹੀਂ ਹੁੰਦਾ ਜਾਂ ਕੋਈ ਸੰਗਤ ਇਕੱਠੀ ਨਹੀਂ ਹੁੰਦੀ, ਤਦ ਦਿੱਤਾ। ਵੈਸੇ ਜਿੱਥੇ ਵਾਹਵਾਹੀ ਲੈਣੀ ਹੋਏ ਨਾ,
ਹੁਣ ਮੈਂ ਤੁਹਾਨੂੰ ਗੱਲ ਕਰਦਾ ਕੱਲ ਦੀ, ਜਿਹੜਾ ਕੱਲ 400 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਲਾਲ ਕਿਲ੍ਹੇ ਬਣਾਇਆ ਗਿਆ, ਮੈਂ ਕੱਲ ਦੀ ਗੱਲ ਕਰਨਾ। ਉਹ ਮੈਂ ਦੇਖਦਾ ਨਹੀਂ ਇਹਨਾਂ ਦਾ ਪ੍ਰੋਗਰਾਮ, ਕਿਉਂਕਿ ਇਹ ਝੂਠ ਹੀ ਬੋਲਦੇ ਆ ਸਟੇਜਾਂ ਤੋਂ। ਪਰ ਕੱਲ ਮੈਨੂੰ ਫੋਨ ਆਇਆ ਵੀ ਇਹਨਾਂ ਨੇ ਜਿਹੜਾ ਨਵਾਂ ਚੇਅਰਮੈਨ ਬਣਾਇਆ ਨਾ ਧਰਮ ਪ੍ਰਚਾਰ ਕਮੇਟੀ ਦਾ, ਜਿਹਨੂੰ ਰਹਿਤ ਮਰਿਆਦਾ ਹੀ ਨਹੀਂ ਪਤਾ, ਜਿਹੜਾ ਇਲੈਕਸ਼ਨਾਂ ਤੋਂ ਪਹਿਲੇ ਮੇਰੇ ਖਿਆਲ ਦਾੜੀ ਵੀ ਰੰਗਦਾ ਸੀ। ਪਹਿਲੇ ਲੋਕੀ ਬੜਾ ਕੁਝ ਕਰਦੇ ਨੇ, ਮਗਰ ਚਲੋ ਕਮੇਟੀ 'ਚ ਆਉਣ ਤੋਂ ਠੀਕ ਹੋ ਜਾਂਦੇ ਨੇ। ਰਹਿਤ ਮਰਿਆਦਾ ਕਹਿੰਦੀ ਹੈ ਧਰਮ ਪ੍ਰਚਾਰ ਦਾ ਚੇਅਰਮੈਨ ਦਾ ਦਾੜਾ ਪ੍ਰਕਾਸ਼ ਹੋਣਾ ਚਾਹੀਦਾ। ਉਹਦੇ ਮੈਂ ਕਹਿੰਦਾ ਪਤਾ ਨਹੀਂ ਕਿੰਨੀ ਵੱਧ ਫਿਕਸੋ ਲਾ ਕੇ ਦਾੜੀ ਬਿਲਕੁਲ ਮੁੱਛਾਂ ਖੜੀਆਂ ਕਰਕੇ ਆਏ ਸੀ। ਉਸ ਤੋਂ ਬਾਅਦ ਜਦੋਂ ਉੱਥੇ ਸੰਗਤ ਦਾ ਇਕੱਠ ਸੀ ਤੇ ਕਹਿੰਦੇ ਆ ਜੀ GHPS ਸਾਡੇ ਸਕੂਲ ਨੇ, ਸਾਡੇ ਸਕੂਲ ਦੇ ਬੱਚੇ ਕੀਰਤਨ ਕਰਨਗੇ। ਜਦ ਤਨਖਾਹਾਂ ਦੇਣ ਦੀ ਵਾਰੀ ਆਉਂਦੀ ਹੈ ਤੇ ਕੋਰਟ ਦੇ ਐਫੀਡੇਵਿਟ ਦਿੰਦੇ, ਜਦ ਜੱਜ ਸਾਹਮਣੇ ਬੈਠਾ ਹੁੰਦਾ ਸਕੂਲ ਤਾਂ ਸਾਡੇ ਹੈ ਹੀ ਨਹੀਂ, ਅਸੀਂ ਕਿੱਥੋਂ ਦਈਏ ਤਨਖਾਹਾਂ? ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਕੂਲ ਹੀ ਨਹੀਂ ਹੈ। ਜਦ ਵਾਹਵਾਈ ਲੈਣੀ ਹੋਏ ਤੇ ਇਹ ਸਕੂਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈ। ਵਾਹਵਾਈ ਕਿਹਨੇ ਲੈਣੀ? ਦਿੱਲੀ ਕਮੇਟੀ ਨੇ ਨਹੀਂ, ਇਹਨਾਂ ਜਿਹੜੇ ਬੈਠੇ ਹੋਏ ਨੇ ਇੱਥੇ ਪ੍ਰਬੰਧਕ, ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਕੂਲ ਹੈ। ਜਦ ਤਨਖਾਹ ਦੇਣ ਦੀ ਵਾਰੀ ਆਉਂਦੀ ਹੈ, ਦਿੱਲੀ ਕਮੇਟੀ ਦਾ ਸਕੂਲ ਹੈ ਨਹੀਂ। ਚੇਅਰਮੈਨ ਬਣਾਉਣਾ ਹੈ ਤਾਂ ਦਿੱਲੀ ਕਮੇਟੀ ਦਾ ਸਕੂਲ ਹੈ। ਅਗਰ ਕੈਂਟੀਨਾਂ ਦੇਣੀ ਹੋ ਦਿੱਲੀ ਕਮੇਟੀ ਦਾ ਸਕੂਲ ਹੈ। ਸਕੂਲ ਦੇ ਬੱਚਿਆਂ ਬਾਰੇ ਸਵਾਲ ਕਰ ਲਓ ਤੇ ਸਾਡੇ ਸਕੂਲ ਦਿੱਲੀ ਕਮੇਟੀ ਦੇ ਹੈ ਹੀ ਨਹੀਂ। ਬੱਚੇ ਕਿਉਂ ਘਟ ਗਏ? 6000 ਬੱਚਾ ਕਿਉਂ ਘਟ ਗਿਆ? ਤਾਂ ਦਿੱਲੀ ਕਮੇਟੀ ਦਾ ਸਕੂਲ ਹੀ ਕੋਈ ਨਹੀਂ ਹੈ। ਸਿੱਖਿਆ ਦਾ ਸਤਰ ਕਿਉਂ ਗਿਰ ਗਿਆ? ਤਾਂ ਦਿੱਲੀ ਕਮੇਟੀ ਦਾ ਸਕੂਲ ਹੀ ਨਹੀਂ ਹੈ। ਤਾਂ ਇਹਨਾਂ ਕੋਲ ਇੱਕ ਹੀ ਸਵਾਲ ਆਉਂਦਾ, ਸਰਨਾ ਕਰ ਗਿਆ। ਉਹ ਤੇ ਅੱਜ ਵੀ ਇਹੀ ਗੱਲ ਪੁੱਛੋਗੇ ਤੇ ਇਹੀ ਗੱਲ ਕਹਿਣਗੇ। ਮੈਂ ਤਾਂ ਪਿੱਛੇ ਵੀ ਕਿਹਾ ਸੀ ਤੁਸੀਂ ਜਦ ਮਰਜ਼ੀ ਇਹਨਾਂ ਨੂੰ ਸਵਾਲ ਕਰ ਲਓ, ਇਹਨਾਂ ਨੇ ਤਾਂ ਤੱਕਿਆ ਕਲਾਮ ਬਣਾ ਲਿਆ। ਮੈਨੂੰ ਜਵਾਬ ਦੇਣਾ ਕੱਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਕਿਵੇਂ ਹੋ ਗਏ? ਕਿਉਂ? ਕਿਉਂਕਿ ਉੱਥੇ ਵਾਹਵਾਈ ਲੁੱਟਣੀ ਸੀ, ਉੱਥੇ ਸੰਗਤ ਦਾ ਇਕੱਠ ਸੀਗਾ, ਇਸ ਕਰਕੇ ਦਿੱਲੀ ਕਮੇਟੀ ਦੇ ਸਕੂਲ ਹੋ ਗਏ। ਤਾਂ ਜਦ ਕੋਰਟ ਦੀ ਵਾਰੀ ਆਉਂਦੀ ਹੈ, ਤਨਖਾਹਾਂ ਦੇਣ ਦੀ ਵਾਰੀ ਆਉਂਦੀ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਹੀ ਨਹੀਂ ਹੈ। ਕੋਰਟ ਦੇ ਐਫੀਡੇਵਿਟ ਦੇ ਦਿੰਦੇ ਆ। ਮਗਰ ਤੁਸੀਂ ਕਰਮ ਸਰ ਜੀ ਦੀ ਗੱਲ ਕੀਤੀ, ਉਹ ਤੇ ਕਾਫੀ ਸਿਆਣੇ ਦਿਆਣੇ ਸਿੱਖ ਹੈਗੇ ਨੇ, ਉਹਨਾਂ ਤੇ ਕਿੰਨਾ ਅੱਛਾ ਕੰਮ ਕਰ ਰਹੇ ਧਰਮ ਪ੍ਰਚਾਰ ਕਮੇਟੀ ਦਾ। ਹੁਣ ਇੰਨਾ ਵੱਡਾ ਪ੍ਰੋਗਰਾਮ ਵੀ ਤੇ ਉਪਰਾਲਾ ਕੀਤਾ ਹੀ ਉਹਨਾਂ ਨੇ। ਦੇਖੋ ਜੀ, ਸਿਆਣੇ ਬਿਆਣੇ ਹੁੰਦੇ ਤੇ ਮੈਨੂੰ ਸਮਝਣਾ ਕਿ ਅੱਜ ਉਹ ਸ਼ਾਇਦ ਹਰਮੀਤ ਸਿੰਘ ਕਾਲਕਾ ਜਾਂ ਮਨਿੰਦਰ ਸਿੰਘ ਸਿਰਸਾ ਨਾਲ ਨਾ ਚੱਲ ਰਹੇ ਹੁੰਦੇ। ਅਗਰ ਵਾਕਈ ਉਹਨਾਂ ਦੇ ਅੰਦਰ ਪੰਥ ਦਾ ਦਰਦ ਹੁੰਦਾ, ਸਿਆਣੇ ਹੁੰਦੇ, ਤਾਂ ਸ਼ਾਇਦ ਉਹ ਕੋਈ ਚੰਗੀ ਸੋਚ ਵਾਲੇ ਇਨਸਾਨ ਦੇ ਨਾਲ ਚੱਲਦੇ। ਪਰ ਮੈਂ ਸਮਝਣਾ ਕਿ ਅਗਰ ਉਹ ਅੱਜ ਉਹਨਾਂ ਨਾਲ ਚੱਲ ਰਹੇ ਆ ਤਾਂ ਸ਼ਾਇਦ ਉਹਨਾਂ ਦੀ ਸੋਚ 'ਤੇ ਪਰਦਾ ਪਿਆ ਹੋਇਆ, ਜਾਂ ਉਹਨਾਂ ਨੂੰ ਕੀ ਲਾਲਚ ਆ ਹੁਣ, ਕਿਉਂਕਿ ਰਹਿੰਦੇ ਉਹ ਵੀ ਪੰਜਾਬੀ ਬਾਗ ਹੀ ਹੈ, ਸ਼ਾਇਦ ਨੇੜੇ ਤੇੜੇ ਹੀ ਰਹਿੰਦੇ, ਥੋੜ੍ਹਾ ਅਸਰ ਰਹਿੰਦਾ। ਚਲੋ ਉਹ ਉਹਨਾਂ ਦੀ ਆਪਣੀ ਗੱਲ ਹੈ। ਪਰ ਮੈਂ ਸਮਝਦਾ ਕਿ ਕੱਲ ਦੇ ਦਿਨ ਦੇ ਵਿੱਚ ਜਿਹੜਾ ਇਹਨਾਂ ਨੇ ਉੱਥੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਕੂਲ ਹੈ, ਮੈਂ ਕਹਿੰਦਾ ਇਹਨਾਂ ਨੂੰ ਇੱਕ ਸਟੈਂਡ ਲੈਣਾ ਚਾਹੀਦਾ। ਸਕੂਲ ਹੈ ਦਿੱਲੀ ਕਮੇਟੀ ਦੇ ਕਿ ਨਹੀਂ ਹੈ, ਇੱਕ ਵਾਰੀ ਸਪਸ਼ਟ ਕਰ ਦਿਓ। ਵਾਪਸ ਘੁੰਮ ਕੇ ਆਉਂਦੇ ਹਾਂ ਕਮੇਟੀ ਦਫ਼ਤਰਾਂ ਵੱਲ। ਹੁਣ ਦਫ਼ਤਰ ਦੇ ਉੱਤੇ ਅਖੰਡ ਪਾਠ ਤੋਂ ਸਮਾਪਤੀ ਤੋਂ ਫਿਰ ਦੁਬਾਰਾ ਅਖੰਡ ਪਾਠ ਰੱਖਤਾ ਗਿਆ ਕਿ ਹੁਣ ਗੁਰੂ ਦੀ ਓਟ ਤੇ ਹੀ ਰਹੋਗੇ। ਦੇਖੋ ਜੀ, ਗੁਰੂ ਅਖੰਡ ਪਾਠ ਰੱਖਿਆ ਗਿਆ। ਗੁਰੂ ਦਾ ਅਖੰਡ ਪਾਠ ਜਿੰਨਾ ਮਰਜ਼ੀ ਕਰੀ ਜਾਓ, ਗੁਰਬਾਣੀ ਜਿੰਨੀ ਮਰਜ਼ੀ ਪੜ੍ਹੀ ਜਾਓ ਉਨੀ ਘੱਟ ਹੈ। ਜਿੰਨੀ ਪੜ੍ਹੋਗੇ ਉਨੀ ਸੋਝੀ ਆਏਗੀ। ਇਹਨਾਂ ਨੇ ਕਦੀ ਪੜ੍ਹੀ ਹੈ ਨਹੀਂ, ਸੋਝੀ ਹੈ ਨਹੀਂ। ਸੋਝੀ ਹੁੰਦੀ ਤਾਂ ਸ਼ਾਇਦ ਅੱਜ ਦਿੱਲੀ ਕਮੇਟੀ ਦੇ ਹਾਲਾਤ ਨਾ ਹੁੰਦੇ, ਸ਼ਾਇਦ ਇਹਨਾਂ ਦੇ ਹਾਲਾਤ ਨਾ ਹੁੰਦੇ, ਕਿਉਂਕਿ ਇਹਨਾਂ ਦੇ ਹਮੇਸ਼ਾ ਤੇ ਹਮੇਸ਼ਾ ਲਈ ਹੈ ਫੋਕੀ ਸ਼ੌਹਰਤ। ਗੁਰੂ ਰਹਿਤ ਮਰਿਆਦਾ ਕੀ ਕਹਿੰਦੀ ਇਹਨਾਂ ਨੂੰ ਨਹੀਂ ਪਤਾ, ਗੁਰੂ ਮਹਾਰਾਜ ਕੀ ਉਪਦੇਸ਼ ਹੈ ਇਹਨਾਂ ਨੂੰ ਨਹੀਂ ਪਤਾ, ਕਿਉਂਕਿ ਇਹਨਾਂ ਨੇ ਕਦੀ ਗੁਰਬਾਣੀ ਪੜ੍ਹੀ ਨਹੀਂ। ਇਹਨਾਂ ਨੇ ਕਦੀ ਬਾਣੀ ਪੜ੍ਹ ਕੇ ਇਹਨਾਂ ਨੂੰ ਵਾਪਸ ਘੁੰਮ ਕੇ ਲਾਸਟ ਸਵਾਲ ਤੇ ਆਉਣਾ ਕਿ ਹੁਣ ਦਫ਼ਤਰ ਦਾ ਹੋਏਗਾ ਕੀ ਤੇ ਅਕਾਲੀ ਦਲ ਦਾ ਕੀ ਸਟੈਂਡ ਰਹੇਗਾ ਅੱਗੇ? ਦੇਖੋ ਜੀ, ਸੱਚ ਦੇ ਨਾਲ ਖੜੇ ਹਾਂ ਅਸੀਂ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਲਈ ਖੜਾ ਰਹੇਗਾ। ਔਰ ਆਉਂਦੇ ਸਮੇਂ ਦੇ ਵਿੱਚ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਿੱਲੀ ਦੇ ਮੈਂਬਰ ਆਣਗੇ ਜਾਂ ਵਲੰਟੀਅਰ ਆਣਗੇ ਜਾਂ ਵਰਕਰ ਆਣਗੇ ਮੇਰੇ ਵਰਗੇ, ਤਾਂ ਉਹ ਸੱਚ ਦੇ ਨਾਲ ਹੀ ਖੜੇ ਹੋਣਗੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਪੰਥ ਦੀ ਪਾਰਟੀ ਹੈ, ਧਾਰਮਿਕ ਪਾਰਟੀ ਹੈ, ਉਹ ਕਦੀ ਵੀ ਝੂਠ ਦੇ ਨਾਲ ਖੜੀ ਨਹੀਂ ਹੋਏਗੀ। ਐਸੀ ਜਸਮੀਤ ਸਿੰਘ ਪ੍ਰੀਤਮਪੁਰਾ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਸੱਚ ਦੇ ਨਾਲ ਖਲੋਤੇ ਹਾਂ, ਪਾਰਟੀ ਤੜੇ ਤੋਂ ਉੱਤੇ ਉੱਠ ਕੇ, ਪਾਰਟੀ ਬਾਜੀ ਤੋਂ ਉੱਠ ਕੇ ਅਸੀਂ ਸਿਰਫ ਸੱਚ ਦੇ ਨਾਲ ਚੱਲ ਰਹੇ ਹਾਂ। ਤੇ ਨਵੀਂ ਕਮੇਟੀ ਦਾ ਹਾਲੇ ਕੋਈ ਰੋਲ ਨਹੀਂ ਆਇਆ। ਜਿਹੜੀ ਨਵੀਂ ਪਾਰਟੀ ਬਣੀ ਹੈ ਉਹਨਾਂ ਕੋਲ ਹਾਲੇ ਸਿੰਬਲ ਵੀ ਨਹੀਂ ਹੈਗਾ ਤੇ ਉਹਨਾਂ ਕੋਲ ਦਫ਼ਤਰ ਆਉਣ ਦਾ ਕੋਈ ਅਧਿਕਾਰ ਨਹੀਂ ਹੈ। ਕਿ ਦੇਖਦੇ ਰਹੋ ਵੌਇਸ ਆਫ ਇੰਡੀਆ।